गुरु जी की साजी नवाजी। गुरु रूप गुरु प्यारी साध संगत जी, वाहिगुरु जी का खालसा, वाहिगुरु जी की फतेह। सतगुरु गुरबाणी गुरु राही जो उपदेश अपन बख्शिश कर गए, सतगुरु समझाउंदे बई जो साडा सारियां दा माता पिता है, निरंकार परमेश्वर वाहिगुरु, वो दयालु है, वो कृपालु है, ते उसे नूं ही फिर गुरमुख बेनतियां कर सी बई साडे ते किरपा करो, किरपा करके सानूं बख्श लो। ये सदा ही असीं तेरा जिहड़ा नाम है वो नाम जपदे रहिए, तेरे नाम दे नाल जुड़े रहिए। मारे फरमाउंदे कर किरपा किरपाल आप ही बख्श ले, सदा सदा जपी तेरा नाम सतगुर पाई पै।
ਬਈ ਸਦਾ ਹੀ ਤੇਰੇ ਨਾਲ ਜੁੜੀ ਰਹੀ। ਸੋ ਐਸੀ ਬਖਸ਼ਿਸ਼ ਕਰ, ਤੁਸੀਂ ਕਿਰਪਾਲੂ ਹੋ, ਦਿਆਲੂ ਔਰ ਮਾਲਕ ਪਰਮੇਸ਼ਰ ਵਾਹਿਗੁਰੂ ਉਹੀ ਸਾਡੇ 'ਤੇ ਦਇਆ ਕਰਦੇ, ਉਹੀ ਸਾਡੇ 'ਤੇ ਕਿਰਪਾ ਕਰਦੇ ਵੀ ਸਾਨੂੰ ਇਹ ਸਾਰਾ ਭੇਜ ਦਿੰਦੇ। ਉਹਦੀ ਕਿਰਪਾ ਨਾਲ ਹੀ ਆਪਾਂ ਨੂੰ ਇਹ ਸਤ ਸੰਗਤ ਮਿਲਦੀ। ਮਾਲਕ ਦੀ ਕਿਰਪਾ ਨਾਲ ਹੀ ਸਾਨੂੰ ਇਹ ਮਾਨਸ ਦੇਹੀ ਮਿਲੀ, ਜਿਹੜੀ ਸਤ ਸੰਗਤ ਮਿਲੀ। ਮਾਲਕ ਦੀ ਕਿਰਪਾ ਦੇ ਨਾਲ ਹੀ ਸਾਨੂੰ ਸੰਤ ਸਾਧੂ ਜਨਾਂ ਦਾ ਸੰਗ ਹੁੰਦਾ। ਜਦੋਂ ਸਾਡੇ 'ਤੇ ਬਖਸ਼ਿਸ਼ ਕਰਦੇ, ਫਿਰ ਸਾਡਾ ਮਿਲਾਪ ਸੰਤਾਂ ਦੇ ਨਾਲ, ਸਾਧੂਆਂ ਦੇ ਨਾਲ ਹੁੰਦਾ। ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ, ਹਰ ਕਿਰਪਾ ਤੇ ਸੰਤ ਭੇਟਿਆ, ਨਾਨਕ ਮਨ ਪਰਗਾਸ। ਬਈ ਹਰੀ ਦੇ ਮਾਲਕ ਦੀ ਕਿਰਪਾ ਹੋਈ, ਫਿਰ ਸਾਨੂੰ ਸੰਤਾਂ ਦਾ ਮਿਲਾਪ ਹੋਇਆ, ਸਾਧੂਆਂ ਦਾ ਮਿਲਾਪ ਹੁੰਦਾ। ਫਿਰ ਹੀ ਉਹ ਆਪਾਂ ਨੂੰ ਇਹ ਸਾਰਾ ਭੇਤ ਦਿੰਦੇ, ਸਾਰੀ ਸੋਝੀ ਦਿੰਦੇ ਵੀ ਮਾਇਆ ਕੀ ਹੈ, ਕਿਵੇਂ ਸਾਡਾ ਮਨ ਮਾਇਆ ਦੇ ਵਿੱਚ, ਕਿਵੇਂ ਮਾਇਆ ਤੋਂ ਸਾਡੇ ਮਨ ਦਾ ਛੁਟਕਾਰਾ ਹੋਣਾ, ਅਤੇ ਕਿਵੇਂ ਅਸੀਂ ਇਹ ਤੋਂ ਉੱਪਰ ਉੱਠ ਕੇ ਆਪਦੇ ਘਰ 'ਚ। ਔਰ ਆਪਾਂ ਨੂੰ ਫਿਰ ਦੱਸਦੇ ਵੀ ਮਾਇਆ ਜੋ ਉਹ ਸਭ ਨੂੰ ਲੱਗੀ ਹੈ, ਜਿਹਨੂੰ ਉਧਰ ਭੇਟ ਲੱਗਿਆ ਉਹਨੂੰ ਮਾਇਆ ਵੀ ਲੱਗੀ। ਚਾਹੇ ਕੋਈ ਵੀ ਜੀਵ ਹੈ, ਛੋਟੇ ਤੋਂ ਛੋਟਾ, ਜਿਹਨੂੰ ਮਤਲਬ ਭੇਟ ਲੱਗਿਆ ਉਹਨੂੰ ਇਹ ਮਾਇਆ ਵੀ ਲੱਗੀ। ਔਰ ਇਹ ਮਾਇਆ ਦਾ ਭੇਦ ਸਾਨੂੰ ਫੇਰ ਹੀ ਆਉਂਦਾ ਜਦੋਂ ਸਾਨੂੰ ਸਾਧ ਸੰਗਤ ਮਿਲਦੀ, ਫੇਰ ਹੀ ਅਸੀਂ ਇਹ ਮਾਇਆ ਤੋਂ ਛੁੱਟਦੇ। ਮਾਰੇ ਫਰਮਾਉਂਦੇ, ਕਹੋ ਕਬੀਰ ਜਿਸ ਉਧਰ ਤਿਸ ਮਾਇਆ, ਭਾਵ ਛੂਟੇ ਜਬ ਸਾਧੂ ਪਾਇਆ। ਬਈ ਉਦੋਂ ਅਸੀਂ ਛੁੱਟੇ ਜਦੋਂ ਸਾਨੂੰ ਸਾਧੂ ਜਨਮ ਦਾ ਮਿਲਾਪ ਹੋਏ। ਉਹ ਫਿਰ ਆਪਾਂ ਨੂੰ ਦੱਸਦੇ ਵੀ ਮਾਇਆ ਹੈ, ਇਹ ਤਰੇ ਗੁਣ, ਇਹ ਵਿਚਾਰਾਂ ਨੂੰ ਮਾਇਆ ਆਖੀ। ਜਦ ਤੱਕ ਸਾਡਾ ਮਨ ਵਿਚਾਰਾਂ 'ਚ, ਮਾਇਆ ਦੇ ਵਿੱਚ, ਜਦੋਂ ਅਸੀਂ ਵਿਚਾਰਾਂ ਤੋਂ, ਫੁਰਨਿਆਂ ਤੋਂ ਉੱਪਰ ਉੱਠ ਗਏ, ਅਸੀਂ ਮਾਇਆ ਤੋਂ ਰਹਿਤ ਹੋ ਗਏ, ਵਿਚਾਰਾਂ ਤੋਂ ਉੱਪਰ ਚਲੇ ਗਏ। ਹੁਣ ਇਹ ਰਜੋ ਗੁਣ, ਤਮੋ ਗੁਣ, ਸਤੋ ਗੁਣ, ਇਹ ਮਾਇਆ ਹੈ। ਮਾਰੇ ਫਰਮਾਉਂਦੇ, ਰਜ ਗੁਣ, ਤਮ ਗੁਣ, ਸਤ ਗੁਣ ਕਹੀਏ, ਇਹ ਤੇਰੀ ਸਭ ਮਾਇਆ। ਔਰ ਇਹ ਜੋ ਮਾਇਆ ਇਹ ਦਿਸਦੀ ਨਹੀਂ, ਇਹ ਮਾਇਆ ਸੁਖਮ, ਇਹ ਵਿਚਾਰਾਂ ਰੂਪੀ ਮਾਇਆ ਜੋ ਸਾਡੇ ਅੰਦਰ ਵਿਚਾਰ ਚੱਲਦੇ, ਇਹਨੂੰ ਉਹ ਮਾਇਆ ਕਹਿੰਦੇ। ਹੁਣ ਇਸੇ ਮਾਇਆ ਨੇ ਸਾਨੂੰ ਪਰਮਾਤਮਾ ਨੂੰ, ਵਾਹਿਗੁਰੂ ਨੂੰ ਭੁਲਾਇਆ ਹੋਵੇ। ਮਹਾਰਾਜ ਕਹਿੰਦੇ, ਇਹ ਮਾਇਆ ਜਿਤ ਹਰ ਵਿਸਰੀ, ਮੋਹ ਅਵਜੇ ਭਾਉ ਦੂਜਾ ਲਾਇਆ। ਬਈ ਇਹ ਵਿਚਾਰਾਂ ਰੂਪੀ ਮਾਇਆ ਜਿਹਦੇ ਨਾਲ ਸਾਡਾ ਮੋਹ ਪੈ ਗਿਆ ਅਤੇ ਸਾਨੂੰ ਦੂਜਾ ਭਾਵ ਲੱਗੀ। ਦੂਜਾ ਕੀ? ਮਾਇਆ। ਔਰ ਸਤਿਗੁਰੂ ਕਹਿੰਦੇ ਵੀ ਇਹ ਮਾਇਆ ਦਾ ਭੇਤ ਸਾਨੂੰ ਫੇਰ ਆਉਂਦਾ ਜਦੋਂ ਸਾਨੂੰ ਸਾਧ ਸੰਗਤ ਮਿਲਦੀ, ਇਹਦੀ ਅਸੀਂ ਇਹ ਮਾਇਆ ਤੋਂ ਉੱਪਰ ਉੱਠਦੇ। ਪਹਿਲਾਂ ਸਾਨੂੰ ਗਿਆਨ ਹੁੰਦਾ, ਸੋਝੀ ਆਉਂਦੀ, ਫਿਰ ਅਸੀਂ ਇਹ ਤੋਂ ਉੱਪਰ ਜਾਂਦੇ। ਇਉਂ ਮਹਾਰਾਜ ਸਾਨੂੰ ਫਿਰ ਸਮਝਾਉਂਦੇ, ਭਗਤ ਰਵਿਦਾਸ ਜੀ, ਬਈ ਉਹਨਾਂ ਨੇ ਮਾਇਆ ਨੂੰ ਤਿਆਗਿਆ, ਉਹ ਚੌਥੇ ਪਦ ਵਿੱਚ ਗਏ। ਇਹ ਕਦੋਂ ਤਿਆਗਿਆ? ਜਦੋਂ ਉਹਨਾਂ ਨੇ ਸਾਧ ਸੰਗਤ ਕੀਤੀ। ਮਾਰੇ ਫਰਮਾਉਂਦੇ, ਰਵਿਦਾਸ ਢਵੰਤਾ ਢੋਰ ਨੀਤ ਤੈਨ ਤਿਆਗੀ ਮਾਇਆ, ਪ੍ਰਗਟ ਹੋਆ ਸਾਧ ਸੰਗ ਹਰ ਦਰਸ਼ਨ ਪਾਇਆ। ਬਈ ਉਹਨਾਂ ਨੇ ਮਾਇਆ ਤੋਂ ਉੱਪਰ ਉੱਠੇ,
ਤੇ ਕਿਵੇਂ ਉੱਠੇ, ਕਹਿੰਦੇ ਸਾਧੂ ਜਨਾਂ ਦਾ ਸੰਗ ਕਰਕੇ, ਸਾਧ ਸੰਗਤ ਕਰਕੇ। ਇਸ ਵਾਸਤੇ ਫਿਰ ਗੁਰਬਾਣੀ ਗੁਰੂ ਵਿੱਚ ਸਾਧ ਸੰਗਤ ਦੀ ਬਹੁਤ ਮਹਿਮਾ ਕੀਤੀ, ਵਡਿਆਈ ਕੀਤੀ। ਮਹਾਰਾਜ ਇਹੀਓ ਬੇਨਤੀ ਕਰਦੇ ਵੀ ਸਾਡੇ 'ਤੇ ਕਿਰਪਾ ਕਰੋ, ਬਖਸ਼ਿਸ਼ ਕਰੋ, ਸਾਨੂੰ ਸਾਧ ਸੰਗਤ ਮਿਲਾਓ। ਮਹਾਰਾਜ ਫਰਮਾਉਂਦੇ, ਕਹੋ ਨਾਨਕ ਪ੍ਰਭ ਬਖਸ਼ ਕਰੀਜੇ, ਕਰ ਕਿਰਪਾ ਮੋਹੀ ਸਾਧ ਸੰਗ ਦੀਜੇ। ਬਈ ਸਾਡੇ 'ਤੇ ਬਖਸ਼ਿਸ਼ ਕਰੋ, ਕਿਰਪਾ ਕਰੋ, ਸਾਨੂੰ ਸਾਧ ਸੰਗਤ ਮਿਲੋ। ਸਾਧ ਸੰਗਤ ਦੇ ਵਿੱਚ ਜਦੋਂ ਅਸੀਂ ਆਉਂਦੇ ਹਾਂ, ਇੱਥੇ ਆ ਕੇ ਫਿਰ ਸਾਨੂੰ ਸਾਰਾ ਇਹ ਭੇਤ ਆਉਂਦਾ, ਸੋਝੀ ਹੁੰਦੀ, ਸਾਨੂੰ ਗਿਆਨ ਹੁੰਦਾ। ਇਉਂ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਵੀ ਜਿਨ੍ਹਾਂ ਨੂੰ ਸਾਧ ਸੰਗਤ ਮਿਲ ਜਾਂਦੀ, ਉਹ ਗੁਰਮੁਖ ਨੇ ਜਿਹੜੇ, ਉਹ ਭਵ ਸਾਗਰ ਤੋਂ ਤਰ ਜਾਂਦੇ। ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ। ਔਰ ਆਪਾਂ ਨੂੰ ਫਿਰ ਇਹ ਵਡਿਆਈ ਦੱਸਦੇ ਸਾਧ ਸੰਗਤ ਦੀ, ਵੀ ਇਹਨੂੰ ਸਤਸੰਗ ਕਹਿੰਦੇ, ਸਰੋਵਰ। ਇਹਨੂੰ ਸਤ ਸੰਗਤ ਨੂੰ ਤੀਰਥ ਦਾ ਵੀ ਨਾਮ ਦਿੱਤਾ, ਸਾਡੇ ਮਨਾਂ ਵਾਸਤੇ ਤੀਰਥ, ਜਿੱਥੇ ਜਾ ਕੇ ਸਾਡੇ ਮਨ ਦਾ ਇਸ਼ਨਾਨ ਹੋ ਜਾਂਦਾ, ਸਾਡਾ ਮਨ ਧੋਤਾ ਜਾਂਦਾ। ਉਹ ਤਾਂ ਧੋਤਾ ਜਾਏਗਾ ਜੇ ਅੱਗੇ ਤੀਰਥ ਹੋਏਗਾ, ਜੇ ਤੀਰਥ ਨਹੀਂ ਫੇਰ ਨਹੀਂ ਧੋਤਾ ਜਾਣਾ। ਮਹਾਰਾਜ ਕਹਿੰਦੇ ਜੇ ਅੱਗੇ ਤੀਰਥ ਹੋਏ ਤਾਂ ਮਲ ਲਹੇ, ਛਾਪੜ ਨਾਤੇ ਸਗਵੀ ਮਲ ਲਾਈ। ਬਈ ਜੇ ਤਾਂ ਅੱਗੇ ਤੀਰਥ ਹੋਵੇ ਫਿਰ ਤਾਂ ਸਾਡੇ ਮਨ ਦੀ ਮੈਲ ਲੈ ਜਾਂਦੀ ਹੈ, ਜੇ ਅੱਗੇ ਛੱਪੜ ਹੋਵੇ ਤੇ ਮੈਲ ਹੋਰ ਦੁੱਗਣੀ ਚੜ੍ਹ ਜਾਂਦੀ ਉੱਥੇ। ਔਰ ਇਸ ਵਾਸਤੇ ਫਿਰ ਕਹਿੰਦੇ ਵੀ ਤੀਰਥ ਤਾਂ ਹੈ ਜੇ ਸੱਚ ਦੇ ਨਾਮ ਦੀ ਮਹਿਮਾ ਹੁੰਦੀ, ਜੇ ਸਿਮਰਨ ਅਭਿਆਸ ਹੁੰਦਾ, ਮਾਲਕ ਦੀ ਵਡਿਆਈ ਹੁੰਦੀ, ਤੇ ਫਿਰ ਤਾਂ ਤੀਰਥ। ਜੇ ਕਿਸੇ ਦੀ ਨਿੰਦਿਆ ਚੁਗਲੀ ਹੁੰਦੀ, ਜੇ ਵੈਰ ਵਿਰੋਧ ਦਵਦਾ ਦੀ ਗੱਲ ਚੱਲਦੀ, ਈਰਖਾ ਨਫ਼ਰਤ ਦੀ ਗੱਲ ਚੱਲਦੀ, ਫਿਰ ਮਹਾਰਾਜ ਕਹਿੰਦੇ ਛੱਪੜ। ਬਈ ਫਿਰ ਹੋਰ ਮੈਲ ਲੱਗ ਜਾਣੀ, ਫਿਰ ਹੋਰ ਮੈਲ ਚੜ੍ਹ ਜਾਣੀ ਉੱਥੇ। ਫਿਰ ਆਪਾਂ ਨੂੰ ਗੁਰਬਾਣੀ ਗੁਰੂ ਵਿੱਚ ਪਹਿਚਾਣ ਦੱਸੀ, ਬਈ ਜਿਵੇਂ ਇੱਕ ਹੰਸ ਹੁੰਦਾ, ਇੱਕ ਬਗਲਾ ਹੁੰਦਾ, ਔਰ ਦੇਖਣ ਨੂੰ ਰੰਗ ਤਾਂ ਦੋਵਾਂ ਦੀ ਚਿੱਟੇ ਨੇ, ਪਰ ਪਤਾ ਉਹਨਾਂ ਦੀ ਖੁਰਾਕ ਤੋਂ ਲੱਗਦਾ, ਬਈ ਉਹਨਾਂ ਦੀ ਖੁਰਾਕ ਕੀ ਹੈ, ਅਤੇ ਉਹਨਾਂ ਦੀ ਬੋਲੀ ਤੋਂ, ਉਹਨਾਂ ਦੀ ਭਾਸ਼ਾ ਤੋਂ ਪਤਾ ਲੱਗਦਾ। ਔਰ ਇਸੇ ਤਰ੍ਹਾਂ ਹੀ ਇੱਕ ਤਾਂ ਹਰੀ ਦੇ ਸੰਤ ਹੁੰਦੇ, ਇੱਕ ਕਾਲ ਦੇ ਸੰਤ ਨੇ। ਹੁਣ ਲਿਬਾਸ ਦੇਖਣ ਨੂੰ ਦੋਨਾਂ ਦਾ ਇੱਕੋ ਜਿਹਾ ਹੀ ਲੱਗਦਾ, ਪਰ ਜਿਹੜਾ ਬਗਲਾ ਹੈ ਉਹਦੀ ਖੁਰਾਕ ਹੈ, ਉਹਨੇ ਗੰਦਗੀ, ਉਹਨੇ ਡੱਡੂ ਮੱਛੀਆਂ ਖਾਣੀ, ਉਹਨੇ ਛੱਪੜ 'ਤੇ ਰਹਿਣਾ, ਅਤੇ ਜਿੱਥੇ ਹੁੰਦੇ ਉੱਥੇ ਗੰਦਗੀ ਖਿਲਾਰ ਦਿੰਦੀ। ਇਹ ਜਿਹੜਾ ਹੰਸ ਹੈ ਉਹ ਮਾਨ ਸਰੋਵਰ 'ਤੇ ਰਹਿੰਦਾ, ਹੰਸ ਦੀ ਖੁਰਾਕ ਹੈ, ਉਹਨੇ ਮੋਤੀ ਚੁਗਣੇ। ਔਰ ਇਸੇ ਤਰ੍ਹਾਂ ਹੀ ਮਹਾਰਾਜ ਕਹਿੰਦੇ ਬਈ ਪਤਾ ਫਿਰ ਉਹਨਾਂ ਦੀ ਖੁਰਾਕ ਤੋਂ ਅਤੇ ਉਹਨਾਂ ਦੀ ਭਾਸ਼ਾ ਤੋਂ ਲੱਗ। ਜੇ ਤਾਂ ਹੁਣ ਅਸੀਂ ਖੋਜੀ ਹਾਂ ਫਿਰ ਸਾਨੂੰ ਪਤਾ ਲੱਗ ਜੀ, ਬਈ ਜਿਉਂ ਹੀ ਅਸੀਂ ਸੰਗਤ ਚਾਹਾਂਗੇ, ਜੇ ਤਾਂ ਬਗਲਾ ਹੈ ਉਹਨੇ ਗੰਦਗੀ ਖਿਲਾਰਤੀ, ਉਹਨੇ ਗੱਲ ਹੀ ਦੁਬਦਾ ਦੀ ਕਰਨੀ, ਇੱਕ ਨੂੰ ਫੜਿਆ ਉਹਦੀ ਨਿੰਦਿਆ ਸ਼ੁਰੂ ਕਰ ਲਈ, ਉਹਨੂੰ ਛੱਡਿਆ ਦੂਜੇ ਨੂੰ ਫੜ ਲਿਆ ਉਹਦੀ ਸ਼ੁਰੂ ਕਰਤੀ, ਜਾਣੀ ਦੀ ਉਹਨੇ ਦੁਬਦਾ ਹੀ ਫੈਲਾਈ ਜਾਣੀ, ਉਹਨੇ ਵੈਰ ਵਿਰੋਧ ਦੀ ਗੱਲ ਕੀਤੀ ਜਾਣੀ, ਉਹਨੇ ਸੰਸਾਰ ਦੀਆਂ ਸੁਣਾਈ ਜਾਣੀਆਂ, ਉਹਨੇ ਸਾਨੂੰ ਇਹ ਨਹੀਂ ਦੱਸਣਾ ਵੀ ਅਸੀਂ ਇੱਥੋਂ ਨਿਕਲਣਾ ਕਿਵੇਂ, ਵੀ ਇੱਥੋਂ ਮੁਕਤ ਕਿਵੇਂ ਹੋ। ਇਹ ਉਹਨੂੰ ਫਿਰ ਮਹਾਰਾਜ ਕਹਿੰਦੇ ਵੀ ਬਗਲਾ, ਵੀ ਇਹਦੀ ਖੁਰਾਕ ਹੀ ਡੱਡੂ ਮੱਛੀਆਂ, ਵੀ ਇਹਨੇ ਗੰਦਗੀ ਹੀ ਖਿਲਾਰ।
ਜਿਹੜਾ ਹੰਸ ਹੈ ਉਹਦੀ ਖੁਰਾਕ ਮੋਤੀ ਹੈ। ਉਹ ਜਦੋਂ ਅਸੀਂ ਫਿਰ ਸੰਗਤ ਕਰਾਂਗੇ, ਸਾਰੀ ਗੁਰਬਾਣੀ ਗੁਰੂ ਵਿੱਚ ਇਹ ਹੀਰੇ ਮੋਤੀ ਜਵਾਹਰਾਤ ਨੇ, ਜਿਹੜੇ ਬਚਨ ਨੇ ਗੁਰੂ ਸਾਹਿਬਾਨਾਂ ਦੇ, ਭਗਤਾਂ ਦੇ, ਸੰਤਾਂ ਸਾਧੂਆਂ ਦੇ, ਉਹਨਾਂ ਨੇ ਸਾਨੂੰ ਵਿੱਚੋਂ ਮੋਤੀ ਕੱਢ ਕੇ, ਰਤਨ ਕੱਢ ਕੇ ਦੇਣੇ। ਉਹ ਫਿਰ ਸਾਡੇ ਮਨ ਨੇ ਲੈਣੇ, ਅਤੇ ਜਦੋਂ ਅਸੀਂ ਉਹ ਖੁਰਾਕ ਬਣਾਉਂਦੇ ਹਾਂ ਤਾਂ ਸਾਡਾ ਮਨ ਸ਼ੁੱਧ ਹੋ ਜਾਂਦਾ, ਮਨ ਧੋਤਾ ਜਾਂਦਾ। ਇਸ ਵਾਸਤੇ ਮਹਾਰਾਜ ਕਹਿੰਦੇ ਹੰਸਾਂ ਹੀਰੇ ਮੋਤੀ ਚੁਗਣਾ ਬਗ ਡੱਡਾ ਭਾਲਣ ਚਾਹੇ। ਬਈ ਹੰਸਾਂ ਨੇ ਤਾਂ ਹੀਰੇ ਮੋਤੀ ਲੈਣੇ ਅਤੇ ਬਗਲੇ ਨੇ ਜਿਹੜਾ ਉਹਨੇ ਗੰਦਗੀ ਲੈਣੀ। ਔਰ ਇਸ ਵਾਸਤੇ ਫਿਰ ਸਤਿਗੁਰੂ ਕਹਿੰਦੇ ਵੀ ਇਹ ਪਹਿਚਾਣ ਬਈ ਅਨਾੜੀ ਸੰਤ ਦੀ, ਉਹ ਜਦੋਂ ਕਥਨੀ ਵੀ ਕਰੇਗਾ ਉਹ ਮਾਇਆ ਨਹੀਂ ਕਰ ਸਕਦਾ, ਉਹ ਅਕਥ ਕਹਾਣੀ ਨਹੀਂ ਕਰੇਗਾ, ਉਹ ਮਾਲਕ ਨੂੰ ਮਿਲਾਪ ਦਾ ਰਸਤਾ ਨਹੀਂ ਦੱਸੇ। ਮਹਾਰਾਜ ਕਹਿੰਦੇ ਆ ਸੰਤ ਅਨਾੜੀ ਕਦੇ ਨਾ ਬੂਝੇ, ਕਥਨੀ ਕਰੇ ਤੇ ਮਾਇਆ ਨਾਲ ਲੂਝੇ, ਅੰਧ ਗਿਆਨੀ ਕਦੇ ਨਾ ਸੀਝੇ। ਸਤਿਗੁਰੂ ਕਹਿੰਦੇ ਵੀ ਉਹ ਮਨਮੁਖ, ਬਈ ਉਹਦੀ ਜਿਹੜੀ ਬੁੱਧ ਕੱਚੀ, ਵੀ ਉਹ ਆਪ ਵਿਵੇਕੀ ਨਹੀਂ, ਉਹਨੂੰ ਵਿਵੇਕ ਬੁੱਧ ਨਹੀਂ ਹੈ ਉੱਥੇ, ਇਸ ਕਰਕੇ ਉਹ ਕਥ ਕਹਾਣੀ ਨਹੀਂ ਕਰ ਸਕਦਾ। ਮਹਾਰਾਜ ਕਹਿੰਦੇ ਮਨਮੁਖ ਬੁੱਧ ਕਾਚੀ, ਮਨੂਆਂ ਡੋਲੇ ਕਦੇ ਨਾ ਕਥ ਕਹਾਣੀ। ਬਈ ਉਹ ਮਾਲਕ ਨੂੰ ਮਿਲਾਪ ਦਾ ਰਸਤਾ ਨਹੀਂ ਦੱਸੇ, ਉਹਨੇ ਸਾਨੂੰ ਦੱਸਣਾ। ਬਈ ਜਿਵੇਂ ਸੰਸਾਰ ਦੇ ਵਿੱਚ ਜੀਵ, ਬਈ ਸਾਡਾ ਕੰਮ ਕਾਰ ਨਹੀਂ ਚੱਲਦਾ ਜੀ, ਸਾਡਾ ਕਾਰੋਬਾਰ ਕਿਵੇਂ ਚੱਲੇ, ਉਹਨੇ ਕਹਿਣਾ ਤੁਸੀਂ ਆਹ ਸ਼ਬਦ ਦਾ ਜਾਪ ਕਰ ਲਓ, ਤੁਹਾਡਾ ਕਾਰੋਬਾਰ ਚੱਲ ਪਊ। ਸਾਡੇ ਘਰ ਦੇ ਵਿੱਚ ਬਿਮਾਰੀ ਰਹਿੰਦੀ ਹੈ ਜੀ, ਸਰੀਰ ਠੀਕ ਨਹੀਂ ਰਹਿੰਦਾ, ਉਹ ਕਿਵੇਂ ਠੀਕ ਹੋਵੇ, ਉਹਨੇ ਕਹਿਣਾ ਤੁਸੀਂ ਇਹਦਾ ਕਰ ਲਓ। ਸਾਡੇ ਸਿਰ 'ਤੇ ਕਰਜ਼ ਬੜਾ ਜੀ, ਉਹ ਕਰਜ਼ ਕਿਵੇਂ ਲਵੇ, ਉਹਨੇ ਕਹਿਣਾ ਤੁਸੀਂ ਇਹਦਾ ਕਰ ਲਓ। ਜਾਣੀ ਦੇ ਉਹਨੇ ਸਾਨੂੰ ਇੱਧਰ ਸੰਸਾਰ ਦੇ ਨਾਲ ਹੀ ਜੋੜੀ ਜਾਣਾ। ਉਹਨੇ ਇਹ ਨਹੀਂ ਦੱਸਣਾ ਵੀ ਗੁਰਬਾਣੀ ਪੜ੍ਹਨ ਦਾ ਮਕਸਦ ਕੀ ਹੈ ਜਾਂ ਕਾਹਦੇ ਵਾਸਤੇ ਪੜ੍ਹਨੀ। ਉਹਨੇ ਗੁਰਬਾਣੀ ਨੂੰ ਵੀ ਇੱਧਰ ਸੰਸਾਰ ਦੇ ਦੁਨਿਆਵੀ ਮਤਲਬਾਂ ਵਾਸਤੇ ਹੀ ਲਾਉਣਾ, ਸੰਸਾਰ ਦੇ ਕਾਰਜ ਵਾਸਤੇ। ਅਤੇ ਉਹ ਜੀਵ ਨੂੰ ਨਾ ਭੇਦ ਹੋਣ ਕਰਕੇ ਉਹ ਕਹਿੰਦਾ ਇਹ ਕਿਹੜਾ ਵੀ ਮਾੜੀ ਗੱਲ ਦੱਸਦੇ, ਇਹ ਵੀ ਤਾਂ ਗੁਰਬਾਣੀ ਨਾਲ ਹੀ ਜੋੜਦੇ, ਇਹ ਵੀ ਤਾਂ ਗੁਰਬਾਣੀ ਪੜ੍ਹਨ ਨੂੰ ਹੀ ਕਹਿੰਦੇ। ਔਰ ਇਹ ਨਹੀਂ ਪਤਾ ਵੀ ਗੁਰਬਾਣੀ ਗੁਰੂ ਕੀ ਕਹਿੰਦੇ ਨੇ, ਵੀ ਅਸੀਂ ਗੁਰਬਾਣੀ ਨੂੰ ਪੜ੍ਹਨਾ ਕਾਹਦੇ ਵਾਸਤੇ, ਜਾਂ ਸਾਨੂੰ ਕੀ ਉਪਦੇਸ਼ ਕਰਦੇ। ਗੁਰਬਾਣੀ ਗੁਰੂ ਨੂੰ ਤਾਂ ਅਸੀਂ ਇਸ ਵਾਸਤੇ ਪੜ੍ਹਨਾ ਸੀ, ਵਿਚਾਰਨਾ ਸੀ ਵੀ ਸਾਨੂੰ ਪਰਮਾਤਮਾ ਨੂੰ ਮਿਲਾਪ ਦਾ ਰਸਤਾ ਦੱਸਦੇ, ਵੀ ਅਸੀਂ ਮਾਲਕ ਨੂੰ ਮਿਲਣਾ। ਸਾਡੇ ਅੰਦਰ ਮਾਲਕ ਕਿੱਥੇ ਬੈਠੇ, ਕਿਵੇਂ ਅਸੀਂ ਉਹਦੇ ਨਾਲ ਮਿਲਾਪ ਕਰ ਸਕਦੇ। ਔਰ ਉਹ ਜਿਹੜਾ ਜੀਵ ਫਿਰ ਪੜ੍ਹਦਾ ਇਸ ਤਰ੍ਹਾਂ, ਉਹ ਇਸ ਵਾਸਤੇ ਨਹੀਂ ਪੜ੍ਹਦਾ ਵੀ ਮਾਲਕ ਨੂੰ ਮਿਲਣ ਵਾਸਤੇ, ਉਹ ਪੜ੍ਹਦਾ ਹੀ ਇਸ ਵਾਸਤੇ ਵੀ ਸੰਸਾਰ ਦੇ ਕਿਸੇ ਨਾ ਕਿਸੇ ਮਤਲਬ ਵਾਸਤੇ। ਅਤੇ ਉਹਨੇ ਸਿੱਖਿਆ ਵੀ ਇਹੀ ਹੈ, ਕਿਉਂਕਿ ਉਹਨੂੰ ਸਿਖਾਇਆ ਹੀ ਇਹ ਕੀ, ਦੱਸਿਆ ਹੀ ਇਹ ਕੀ ਵੀ ਤੂੰ ਇਸ ਕਰਕੇ ਕਰ ਲਾ। ਔਰ ਇਸ ਵਾਸਤੇ ਫਿਰ ਸਤਿਗੁਰੂ ਸਮਝਾਉਂਦੇ ਬਈ ਉਹ ਅਨਾੜੀ ਸੰਤ, ਉਹ ਜਦੋਂ ਕਥਾ ਵੀ ਕਰੇਗਾ ਉਹ ਇਸੇ ਤਰ੍ਹਾਂ ਹੀ ਕਰੇਗਾ ਸੰਸਾਰ ਦੇ। ਬਈ ਉਹਨੇ ਗੁਰਬਾਣੀ ਨੂੰ ਵੀ ਤ੍ਰੈ ਗੁਣਾਂ ਦੇ ਵਿੱਚ ਹੀ ਜੋੜਨਾ, ਮਾਇਆ ਦੇ ਨਾਲ, ਸੰਸਾਰ ਦੇ ਮਕਸਦ ਵਾਸਤੇ। ਇਹਨੂੰ ਫਿਰ ਮਾਰੇ ਕਹਿੰਦੇ ਬਈ ਇਹ ਜਿਹੜਾ ਰਸਤਾ, ਇਹ ਧਾਰ ਦਾ ਰਸਤਾ ਤ੍ਰੈ ਗੁਣਾਂ 'ਚ। ਬਈ ਉਹ ਤ੍ਰੈ ਗੁਣਾਂ ਦੇ ਵਿੱਚ ਗੁਰਬਾਣੀ ਨੂੰ ਪੜ੍ਹ ਕੇ ਵਿਚਾਰ ਵੀ ਕਰੇਗਾ, ਕਥਾ ਵੀ ਕਰੇਗਾ, ਪਰ ਉਹ ਮੁਕਤ ਨਹੀਂ ਹੋ ਸਕਦਾ। ਨਾ ਤਾਂ ਉਹ ਆਪ ਮੁਕਤ ਹੋਏਗਾ ਅਤੇ ਨਾ ਹੀ ਜਿਹੜੇ ਅੱਗੇ ਉਹ ਮੁਕਤ ਹੋਣਗੇ ਜਿਹੜੇ ਉਹਨੂੰ ਸੁਣਦੇ। ਅਤੇ ਉਹ ਮੁਕਤੀ ਦੇ ਦੁਆਰ ਤੱਕ ਵੀ ਨਹੀਂ ਪਹੁੰਚ ਸਕਦੀ।
ਉਹਨਾਂ ਨੂੰ ਉਹ ਦਰਦਾ ਵੀ ਨਹੀਂ ਭੇਜਦਾ। ਇੱਕ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਤ੍ਰੈ ਗੁਣ ਸਭਾ ਧਾਤ ਹੈ, ਪੜ ਪੜ ਕਰੀ ਵਿਚਾਰ, ਮੁਕਤ ਕਦੇ ਨਾ ਹੋਈ ਨ ਪਾਇਣ ਮੋਖ ਦਵਾਰ। ਬਈ ਉਹ ਮੁਕਤ ਕਦੇ ਹੁੰਦਾ ਹੀ ਨਹੀਂ, ਨਾ ਉਹ ਮੋਖ ਦੇ ਦਵਾਰ 'ਤੇ ਜਾਂਦੇ। ਅੱਗੇ ਉਹ ਪੜ੍ਹਦੇ ਹੀ ਤ੍ਰੈ ਗੁਣਾਂ ਦੇ ਵਿੱਚ, ਸੰਸਾਰ ਵਾਸਤੇ, ਮਾਇਆ ਵਾਸਤੇ। ਹੁਣ ਇਸ ਵਾਸਤੇ ਫਿਰ ਆਪਾਂ ਨੂੰ ਜਿਹੜੇ ਹਰੀ ਦੇ ਸੰਤ, ਉਹਨਾਂ ਨੇ ਸਾਨੂੰ ਅਸਲ ਮਕਸਦ ਦੱਸਣਾ। ਬਈ ਗੁਰਬਾਣੀ ਗੁਰੂ ਸਾਨੂੰ ਕੀ ਕਹਿੰਦੇ ਨੇ, ਅਸੀਂ ਕਿਵੇਂ ਗੁਰਬਾਣੀ ਗੁਰੂ ਨੂੰ ਪੜ੍ਹਨਾ, ਕਾਹਦੇ ਵਾਸਤੇ ਪੜ੍ਹਨਾ, ਗੁਰਬਾਣੀ ਨੂੰ ਪੜ੍ਹਨ ਦਾ ਅਸਲ ਮਕਸਦ ਕੀ ਹੈ, ਉਹਨਾਂ ਨੇ ਸਾਨੂੰ ਇਹ ਸਮਝਾਉਣਾ। ਸੋ ਇਸ ਵਾਸਤੇ ਫਿਰ ਆਪਾਂ ਨੂੰ ਦੱਸਦੇ ਵੀ ਇੱਕ ਤਾਂ ਹਰੀ ਦੇ ਸੰਤ ਨੇ, ਇੱਕ ਕਾਲ ਦੇ ਸੰਤ। ਸਤਿਗੁਰੂ ਤਾਈਆਂ ਫਿਰ ਕਹਿੰਦੇ ਵੀ ਉਹਨਾਂ ਨੂੰ ਹਰੀ ਦੇ ਸੰਤ ਨਾ ਸਮਝਿਓ, ਬਈ ਜਿਨ੍ਹਾਂ ਨੇ ਲਿਬਾਸ ਤਾਂ ਬਹੁਤ ਵਧੀਆ ਪਾਇਆ ਹੋਵੇ ਅਤੇ ਹੱਥਾਂ ਦੇ ਵਿੱਚ ਗਲਾਂ 'ਚ ਮਾਲਾ ਵੀ ਪਾਈਆਂ ਹੋਣ, ਅਤੇ ਕਹਿੰਦੇ ਵੀ ਉਹ ਹਰੀ ਦੇ ਸੰਤ ਨਹੀਂ, ਉਹ ਠੱਗ ਨੇ, ਉਹਨਾਂ ਨੇ ਸਾਡੇ ਨਾਲ ਠੱਗੀ ਵੀ ਮਾਰਨੀ। ਮਹਾਰਾਜ ਕਹਿੰਦੇ ਗੱਲੀ ਜਿੰਨੀ ਜਪ ਮਾਲੀਆਂ, ਲੋਟੇ ਹੱਥ ਨੇ ਵੱਗ, ਇਹ ਹਰ ਕੇ ਸੰਤ ਨਾ ਆਖੀਏ ਬਨਾਰਸ ਕੀ ਠੱਗ। ਵੀ ਉਹਨਾਂ ਨੂੰ ਹਰੀ ਦੇ ਸੰਤ ਨਹੀਂ ਕਿਹਾ ਜਾਂਦਾ, ਉਹਨਾਂ ਨੂੰ ਠੱਗ ਕਿਹਾ ਜਾਂਦਾ, ਵੀ ਉਹ ਠੱਗ ਨੇ, ਉਹ ਸਾਡੇ ਨਾਲ ਠੱਗੀ ਮਾਰਨਗੇ। ਇਸ ਵਾਸਤੇ ਫਿਰ ਆਪਾਂ ਨੂੰ ਦੱਸਦੇ ਵੀ ਜੇ ਅਸੀਂ ਸੰਤ ਦੀ ਪਹਿਚਾਣ ਕਰਨੀ ਹੋਵੇ, ਇਹ ਸਾਨੂੰ ਗੁਰਬਾਣੀ ਗੁਰੂ ਵਿੱਚ ਬੜਾ ਸੌਖਾ ਕਰਕੇ ਮਹਾਰਾਜ ਨੇ ਸਮਝਾਇਆ। ਬਈ ਜਦੋਂ ਅਸੀਂ ਸੰਤਾਂ ਪਾਸ ਜਾਈਏ, ਉਹਨਾਂ ਤੋਂ ਅਸੀਂ ਪੁੱਛਣਾ ਕੀ ਹੈ, ਅਸੀਂ ਕੀ ਲੈਣ ਜਾਣਾ ਸੰਤਾਂ ਕੋਲ। ਆਪਾਂ ਨੂੰ ਮਹਾਰਾਜ ਦੱਸਦੇ ਵੀ ਸੰਤਾਂ ਕੋਲ ਜਾਓ ਅਤੇ ਉਹਨਾਂ ਨੂੰ ਪੁੱਛੋ। ਕੀ ਪੁੱਛੀਏ? ਵੀ ਸਾਨੂੰ ਦੱਸੋ ਪਰਮਾਤਮਾ ਕਿਹੋ ਜਿਹੇ, ਵਾਹਿਗੁਰੂ ਸਾਨੂੰ ਕੀ ਉਪਦੇਸ਼ ਕਰਦੇ। ਤੁਸੀਂ ਸੰਤ ਹੋ ਅਤੇ ਸੰਤਾਂ ਨੂੰ ਨੌਕਰ ਚਾਕਰ ਕਹਿੰਦੇ, ਸਾਨੂੰ ਦੱਸੋ ਮਾਲਕ ਦਾ ਸੰਦੇਸ਼ਾ ਸੁਣਾਓ। ਬਈ ਸਾਨੂੰ ਦੱਸੋ ਅਸੀਂ ਕਿਵੇਂ ਪਰਮਾਤਮਾ ਤੋਂ ਵਿਛੜੇ ਅਤੇ ਕਿਵੇਂ ਅਸੀਂ ਉਹਨੂੰ ਮਿਲ ਸਕਦੇ। ਸਾਨੂੰ ਵਾਹਿਗੁਰੂ ਕੀ ਉਪਦੇਸ਼ ਕਰਦੇ, ਸਾਨੂੰ ਕੀ ਕਹਿਣਾ ਚਾਹੁੰਦੇ ਨੇ। ਔਰ ਇਹ ਅਸੀਂ ਉਹਨਾਂ ਸੰਤਾਂ ਤੋਂ ਜਾ ਕੇ ਪੁੱਛਣਾ। ਮਹਾਰਾਜ ਫਰਮਾਉਂਦੇ ਪੁੱਛੋ ਸੰਤੋ ਮੇਰਾ ਠਾਕਰ ਕੈਸਾ, ਇਉਂ ਰੱਬ ਹੁੰਦੇ ਉਹ ਸੰਦੇਸ਼ਾ। ਬਈ ਉਹਨਾਂ ਸੰਤਾਂ ਤੋਂ ਅਸੀਂ ਪੁੱਛਣਾ। ਹੁਣ ਜੇ ਤਾਂ ਉਹ ਹਰੀ ਦਾ ਸੰਤ ਹੈ ਇਹ ਅਸੀਂ ਉਹ ਤੋਂ ਪੁੱਛਾਂਗੇ ਅਤੇ ਉਹ ਸਾਨੂੰ ਦੱਸੇਗਾ, ਸਾਰਾ ਭੇਦ ਦੇ ਦੇ। ਬਈ ਕਿਵੇਂ ਅਸੀਂ ਪਰਮਾਤਮਾ ਤੋਂ ਵਿਛੜੇ ਅਤੇ ਕਿਵੇਂ ਮਿਲਣਾ, ਉਹਨੇ ਸਾਰੀ ਸਾਨੂੰ ਕਹਾਣੀ ਸੁਣਾ ਦੇਣੀ। ਜੇ ਉਹ ਕਾਲ ਦਾ ਸੰਤ ਹੈ, ਫਿਰ ਜੇ ਅਸੀਂ ਉਹ ਤੋਂ ਪੁੱਛਾਂਗੇ ਵੀ ਅਸੀਂ ਰੱਬ ਨੂੰ ਮਿਲਣਾ, ਫਿਰ ਉਹਨੇ ਸਾਨੂੰ ਕਹਿਣਾ ਵੀ ਤੁਸੀਂ ਇਹ ਛੱਡੋ ਰੱਬ ਨੂੰ ਮਿਲਣਾ, ਤੁਸੀਂ ਹੋਰ ਦੱਸੋ ਤੁਹਾਨੂੰ ਹੋਰ ਕੀ ਚਾਹੀਦਾ। ਤੁਹਾਨੂੰ ਕੋਈ ਸੰਸਾਰ ਦਾ ਪਦਾਰਥ ਚਾਹੀਦਾ, ਤੁਹਾਨੂੰ ਮਾਇਆ ਚਾਹੀਦੀ ਹੈ, ਤੁਹਾਡਾ ਕਾਰੋਬਾਰ ਨਹੀਂ ਚੱਲਦਾ, ਉਹ ਦੱਸੋ, ਕੋਈ ਹੋਰ ਸੰਸਾਰ ਦਾ ਦੱਸੋ। ਹੁਣ ਉਹਨੇ ਸਾਨੂੰ ਇਹ ਚੱਕਰ 'ਚ ਪਾ ਦੇਣਾ ਅਤੇ ਉਹਨੇ ਸਾਨੂੰ ਮਾਲਕ ਨੂੰ ਮਿਲਾਪ ਦੀ ਕੋਈ ਗੱਲ ਨਹੀਂ ਦੱਸਣੀ। ਉਹਨੇ ਸਾਨੂੰ ਇਸ ਸੰਸਾਰ ਦੇ ਵਿੱਚ ਹੀ, ਮਾਇਆ ਦੇ ਵਿੱਚ ਹੀ ਰੱਖਣਾ, ਇੱਧਰ। ਸੋ ਇਸ ਵਾਸਤੇ ਫਿਰ ਉਹਨੇ ਸਾਨੂੰ ਭਰਮ ਪਾਉਣਾ ਵੀ ਰੱਬ ਨੂੰ ਤਾਂ ਕੋਈ ਮਿਲ ਹੀ ਨਹੀਂ ਸਕਦਾ, ਰੱਬ ਨੂੰ ਮਿਲਿਆ ਨਹੀਂ ਜਾ ਸਕਦਾ। ਉਹਨੇ ਸਾਨੂੰ ਇੱਦਾਂ ਕਹਿਣਾ ਵੀ ਤੁਸੀਂ ਨਹੀਂ ਮਿਲ ਸਕਦੇ, ਵੀ ਤੁਹਾਡੇ ਵਾਸਤੇ ਤਾਂ ਇੰਨਾ ਹੀ ਬਹੁਤ ਹੈ, ਤੁਸੀਂ ਪੁੰਨ ਦਾਨ ਕਰ ਲਓ, ਤੁਸੀਂ ਸਵੇਰੇ ਸ਼ਾਮ ਗੁਰੂ ਘਰ ਆ ਜਾਓ, ਤੁਸੀਂ ਗੁਰਬਾਣੀ ਪੜ੍ਹ ਲਓ, ਬਸ ਤੁਹਾਡੇ ਲਈ ਇੰਨਾ ਹੀ ਬਹੁਤ ਸੀ, ਤੁਸੀਂ ਇੰਨਾ ਹੀ ਕਰ ਲਓ। ਹੁਣ ਉਹਨੇ ਇਹ ਵੀ ਨਹੀਂ ਦੱਸਣਾ ਵੀ ਗੁਰੂ ਘਰ ਅਸੀਂ ਕੀ ਲੈਣ ਜਾਣਾ, ਗੁਰਬਾਣੀ ਕਾਹਦੇ ਵਾਸਤੇ ਪੜ੍ਹਨੀ। ਉਹਨੇ ਕਹਿਣਾ ਵੀ ਤੁਸੀਂ ਪੁੰਨ ਦਾਨ ਕਰ ਲਓ। ਪੁੰਨ ਦਾਨ ਵੀ ਆਹ ਸੰਸਾਰ ਦਾ, ਉਹਨੇ ਇਹ ਵੀ ਨਹੀਂ ਦੱਸਣਾ ਵੀ ਪੁੰਨ ਦਾਨ ਕਿਵੇਂ ਹੁੰਦਾ।
ਉਹਨੇ ਪੁੰਨ ਦਾਨ ਵੀ ਸਾਨੂੰ ਆ ਸੰਸਾਰ ਨਹੀਂ ਦੱਸ ਵੀ ਸੰਸਾਰੀ ਜਿਵੇਂ ਕਰਦੇ ਵੀ ਆਹ ਪੁੰਨ ਦਾਨ ਵਿੱਚ। ਹੁਣ ਜਿਹੜਾ ਗੁਰਬਾਣੀ ਗੁਰੂ ਵਿੱਚ ਸਾਨੂੰ ਪੁੰਨ ਦਾਨ ਦੱਸਿਆ ਉਹਦਾ ਸਾਨੂੰ ਉਹਨੇ ਭੇਤ ਨਹੀਂ ਦੇਣਾ, ਉਹਨੇ ਕਿਉਂਕਿ ਉਹਨੂੰ ਆਪ ਨੂੰ ਨਹੀਂ ਭੇਤ। ਹੁਣ ਮਹਾਰਾਜ ਦਾ ਸਾਨੂੰ ਦੱਸਦੇ ਵੀ ਇਹ ਸੰਸਾਰ ਦੇ ਵਿੱਚ ਸਭ ਤੋਂ ਵੱਡਾ ਪੁੰਨ ਹੈ ਪਰਮਾਤਮਾ ਦਾ ਸਿਮਰਨ ਕਰਨ। ਜਿਹੜਾ ਅਸੀਂ ਮਾਲਕ ਦੇ ਗੁਣ ਗਾਉਂਦੇ ਹਾਂ, ਆਪ ਸਿਮਰਨ ਕਰਦੇ ਹਾਂ, ਅੱਗੇ ਕਰਾਉਂਦੇ ਹਾਂ, ਇਹ ਸਭ ਤੋਂ ਵੱਡਾ ਪੁੰਨ ਹੈ। ਇਹਦੇ ਬਰਾਬਰ ਹੋਰ ਕੋਈ ਪੁੰਨ ਹੀ ਨਹੀਂ। ਮਹਾਰਾਜ ਮੋਹਰ ਲਾਉਂਦੇ ਕਹਿੰਦੇ ਕੱਲ ਮੈਂ ਇਹੋ ਪੁੰਨ ਗੁਣ ਗੋਬਿੰਦ ਗਾਏ। ਬਈ ਮਾਲਕ ਦੇ ਗੁਣ ਗਾਉਣੇ ਕਲਯੁਗ ਦੇ ਵਿੱਚ ਇਹ ਸਭ ਤੋਂ ਵੱਡਾ ਪੁੰਨ ਹੈ। ਕਿਸੇ ਜੀਵ ਨੂੰ ਸਿਮਰਨ ਕਰਨ 'ਤੇ ਲਾਉਣਾ, ਉਹਨੂੰ ਸਤ ਸੰਗਤ ਦੇ ਵਿੱਚ ਲੈ ਕੇ ਆਉਣਾ, ਉਹਨੂੰ ਜਿੰਨਾ ਕੁ ਆਪਾਂ ਨੂੰ ਆਪ ਨੂੰ ਭੇਤ ਹੈ ਉਹਨੂੰ ਅੱਗੇ ਭੇਤ ਦੇਣਾ, ਇਹ ਸਭ ਤੋਂ ਵੱਡਾ ਪੁੰਨ ਹੈ। ਕਿਸੇ ਜੀਵ ਨੂੰ ਨਾਮ ਦਾ ਭੇਤ ਦੇਣਾ, ਇਹਦੇ ਬਰਾਬਰ ਹੋਰ ਕੋਈ ਪੁੰਨ ਦਾਨ ਨਹੀਂ। ਅਜਿਹਾ ਮਹਾਰਾਜ ਸਮਝਾਉਂਦੇ ਮਾਘ ਮੱਜਨ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾਂ ਨੂੰ ਕਰਦਾਨ। ਬਈ ਜੇ ਅਸੀਂ ਇਹ ਦਾਨ ਕਰਾਂਗੇ ਤੇ ਇਹ ਦਾਨ ਕਰਨ ਦੇ ਨਾਲ ਸਾਡੇ ਮਨ ਤੋਂ ਮੈਲ ਉਤਰੇਗੀ, ਸਾਡੇ ਅੰਦਰ ਜਿਹੜੀ ਹਉਮੈ ਗੁਮਾਨ ਉਹ ਜਾਂਦਾ ਲੱਗੇਗਾ। ਮਹਾਰਾਜ ਕਹਿੰਦੇ ਜਨਮ ਕਰਮ ਮਲ ਉਤਰੇ ਮਨ ਤੇ ਜਾਏ ਗੁਮਾਨ। ਜੇ ਹੁਣ ਅਸੀਂ ਇਹ ਤਾਂ ਪੁੰਨ ਦਾਨ ਕਰਦੇ ਨੇ ਜੋ ਗੁਰਬਾਣੀ ਗੁਰੂ ਕਹਿ ਰਹੇ, ਜੇ ਜੀਵ ਆਪਦੀ ਮੱਤ ਦੁਆਰਾ ਕਰਦਾ ਉਹਦੇ ਨਾਲ ਉਹਦੇ ਅੰਦਰ ਹੋਰ ਹਉਮੈ ਆ ਜਾਂਦੀ, ਹੋਰ ਹੰਕਾਰ ਆ ਜਾਂਦੀ। ਬਈ ਉਹ ਸਮਝਦਾ ਵੀ ਸੰਸਾਰ ਦੇ ਵੱਧ ਤੋਂ ਵੱਧ ਪਦਾਰਥ ਦੇ ਕੇ ਮੈਂ ਵੱਧ ਤੋਂ ਵੱਧ ਦਾਨ ਕਰਦਾ, ਇਹ ਮੈਂ ਪੁੰਨ ਕਰਦਾ। ਹੁਣ ਜਿਹੜਾ ਪੁੰਨ ਦਾਨ ਹੁੰਦਾ ਉਹ ਦਇਆ ਕੀਤੀ ਜਾਂਦੀ ਮਨ ਦੇ ਉੱਤੇ, ਜੀ ਦੇ ਉੱਤੇ ਦਇਆ ਕੀਤੀ ਜਾਂਦੀ, ਜੀ ਕਹਿੰਦੇ ਮਨ ਨੂੰ। ਜੇ ਅਸੀਂ ਇੱਕ ਵੀ ਜੀਵ ਦੇ ਉੱਤੇ ਦਇਆ ਕਰ ਦਿੱਤੀ, ਉਹਨੂੰ ਸਿਮਰਨ 'ਤੇ ਲਾ ਦਿੱਤਾ, ਉਹਨੂੰ ਭੁੱਲੇ ਹੋਏ ਨੂੰ ਰਸਤਾ ਦੱਸ ਦਿੱਤਾ, ਇਹ ਸਮਝ ਲਓ ਸਾਨੂੰ ਕਿਤੇ ਜਾਣ ਦੀ ਲੋੜ ਨਹੀਂ। ਸਾਨੂੰ 68 ਤੀਰਥਾਂ ਦਾ ਇਸ਼ਨਾਨ ਇੱਥੇ ਬੈਠੇ ਹੀ ਹੋ ਗਏ। ਸਾਨੂੰ ਉਹਦਾ ਜਿਹੜਾ ਫਲ ਸੀ ਉਹ ਫਲ ਘਰੇ ਬੈਠਿਆਂ ਨਹੀਂ ਪ੍ਰਾਪਤ ਹੋ ਗਿਆ। ਮਹਾਰਾਜ ਕਹਿੰਦੇ 68 ਤੀਰਥ ਸਗਲ ਪੁੰਨ ਜੀ ਦਇਆ ਪ੍ਰਵਾਨ। ਬਈ ਉਹ ਜੀਵ ਦੇ ਉੱਤੇ ਤੁਸੀਂ ਦਇਆ ਕੀਤੀ, ਉਹ ਕੀਤੀ ਹੋਈ ਦਇਆ ਉਹ ਪ੍ਰਵਾਨ ਹੈ ਗੁਰੂ ਨਾਨਕ ਦੇ ਘਰ ਦੇ ਵਿੱਚ। ਇਸ ਵਾਸਤੇ ਫਿਰ ਆਪਾਂ ਨੂੰ ਕਹਿੰਦੇ ਜਿਹੜਾ ਪੁੰਨ ਦਾਨ ਹੈ ਇਹ ਵੀ ਅਕਲ ਦੁਆਰਾ ਕੀਤਾ ਜਾਂਦਾ, ਗਿਆਨ ਦੁਆਰਾ ਕੀਤਾ ਜਾਂਦਾ। ਜੇ ਸਾਨੂੰ ਆਪ ਗਿਆਨ ਹੋਏਗਾ, ਆਪ ਸਾਨੂੰ ਸੋਝੀ ਹੋਏਗੀ, ਫਿਰ ਅਸੀਂ ਅੱਗੇ ਪੁੰਨ ਦਾਨ ਕਰ ਸਕਦੇ। ਜੇ ਅਸੀਂ ਗੁਰੂ ਦੀ ਮੱਤ ਹੀ ਨਹੀਂ ਲਈ, ਸਾਨੂੰ ਗਿਆਨ ਹੀ ਨਹੀਂ, ਫਿਰ ਉਹ ਪੁੰਨ ਦਾਨ ਜਿਹੜਾ ਉਹ ਕਾਲ ਦਾ ਸੰਤ ਆਖੇਗਾ ਫਿਰ ਅਸੀਂ ਉਹ ਕਰਾਂਗੇ। ਉਹ ਫਿਰ ਜਿਹੜਾ ਦੱਸਦੇ ਉਹ ਆਪਾਂ ਨੂੰ ਪਤਾ ਹੀ ਹੈ ਸਾਰਾ ਸੰਸਾਰ 'ਚ ਜਿਵੇਂ ਜੀਵ ਕਰਦੇ ਨੇ। ਮਹਾਰਾਜ ਕਹਿੰਦੇ ਵੀ ਇਹ ਪੁੰਨ ਦਾਨ ਤਾਂ ਕੋਈ ਜਿੰਨਾ ਮਰਜ਼ੀ ਕਰੇ, ਬਈ ਕਿੰਨਾ ਕੋਈ ਹਾਥੀ ਘੋੜੇ ਦਾਨ ਕਰੇ, ਕਿੰਨਾ ਕੋਈ ਆਪਦੇ ਬਰਾਬਰ ਤੋਲ ਕੇ ਸੋਨਾ ਦਾਨ ਕਰੇ, ਕਿੰਨਾ ਕੋਈ ਧਰਤੀ ਭੂਮ ਦਾਨ ਕਰੇ, ਬਈ ਇਹ ਨਾਮ ਦੇ ਤਾਂ ਇੱਕ ਤਿਲ ਬਰਾਬਰ ਵੀ ਨਹੀਂ। ਸਾਧੁਗੁਰ ਕਹਿੰਦੇ ਅਸ ਦਾਨ ਗਜ ਦਾਨ ਸੇਜਾ ਨਾਰੀ ਭੂਮ ਦਾਨ। ऐसा दान नित नित कीजे आत्म को नरमैल कीजे आप बराबर कंचन दीजे राम नाम सर तो ना पूजे। भी नाम दे बराबर एक तिल मात्र भी नहीं है कोई रोज़ इन्ना दान करी। बई जिमें पुराने समयां दे विच जीवे दान करते सी, भी कोई घोड़े दान कर दिंदा, कोई हाथी दान कर दिंदा, कोई ਜਿਹੜੀਆਂ ਇਸਤਰੀਆਂ ਉਹਨਾਂ ਨੂੰ ਦਾਨ ਕਰ ਦਿੰਦਾ ਪੁਰਾਣੇ ਸਮਿਆਂ ਦੇ ਵਿੱਚ, ਕੋਈ ਆ ਧਰਤੀ ਦਾਨ ਕਰਦਾ, ਕੋਈ ਸੋਨਾ ਦਾਨ ਕਰਦਾ।
महाराज कहते भी ये नाम दे एक तिल मात्र नहीं बराबर भी इन्ना दान कोई रोज़ करे। और इन्ना दान तो संसार 'च आपां हुण दे समय देखिए कोई कर ही नहीं सकता भी कोई रोज़ तोल के सोना दवे, रोज़ कोई धरती भूम दान करी चले। इस वास्ते सतगुरु कहते भी जिहड़ा दान जिहड़ा पुन्न हुंदा वो अकल द्वारा कीता जांदा है, गुरु की मत द्वारा ज्ञान द्वारा। जिसनों महाराज कहते अकली साहिब सेविए अकली पाइए मान, अकली पढ़ के बूझिए अकली कीजे दान। कहे नानक राह एहो है होर गल्लां शैतान। सतगुरु कहते भी अकल द्वारा असी साहिब नूं मालक नूं सेवना, पहलां असी आप सिमरन करना, फिर सिमरन करके असी अकल द्वारा गुरु की मत द्वारा गुरबाणी गुरु नूं पढ़ना। अकली साहिब सेविए भी अकल द्वारा सिमरन करना, फिर अकल द्वारा पढ़ना तो पढ़ के बुझना। की बुझना भी पढ़ के नाम नूं बुझना, नाम का भेद लेना। फिर नाम नूं बुझ के फिर अकल द्वारा दान करना भी गुरबाणी गुरु सानूं आ कहंदे ने भी आ गुरबाणी गुरु विच सानूं सतगुरां ने इत्थे आ चीज़ फरमान कीती है, इत्थे आ फरमाउंदे ने, आ दसदे ने। इहनूं महाराज कहंदे भी अकल द्वारा पढ़ के बुझना ते फिर ये अकल द्वारा अगे दान करना, जीवां नूं दसना समझाउणा। ये फिर है कलयुग के समय दे विच जिहड़ा पुन्न दान महाराज ने दस्सिया आपां गुरबाणी गुरु विच। सो इस वास्ते फिर आपां नूं दसदे भी जिहड़े हरि दे संत उन्हां ने सानूं असलीयत की वाकबीद कराउणी भी असल की है। जिहड़े काल दे संत ने उन्हां ने सानूं नकल नाल जोड़ी जाना, उन्होंने सानूं असलीयत का भेद नहीं आउण देना, क्योंकि वो आप भरम च ने, उन्होंने आप नहीं पता सच का नाम का। उन्होंने सानूं भरम दे विच ही रखना। जिवें महाराज कहंदे भी जीवां दे अंदर अगन तो पहले ही है, परिवारां दे विच कला कलीश लड़ाइयां झगड़े ने, ये अगन दे विच साडे मन सड़दे ने, दुखी होंदे ने। दुरमत अगन जगत पर जारी, बई ये दुरमत की अगन सारी जगत नूं साड़ रही। हुण जदों जीव सड़दे काल नूं पता है भी हुणे दुखी बहुत ने, तो हुणे संतां कोल जाणगे। अगे जीवां ने सुनिया हुंदा भी जे संतां कोल जाइए तो शांति आउंदी, मन नूं सुख मिलदा। हुण काल ने की कीता, उन्हें आपदे संत बनाते भी उन्होंने उन्होंने समझा दिता भी आपदे संत बना के बई वो आप दुविधा च पई हुई बई जदों जीव तुहाडे कोल आउणगे अगन उन्हां दे अंदर पहले ही तुसीं वो बलदी दे विच होर तेल पाउणा ताकि वो होर दुविधा च चले जाण, होर धड़ियां दे विच वंडे जाण, होर वैर विरोध च वंडे जाण। इसलिए फिर जीव जदों वो काल दे संतां कोल जांदा है, वो आप बैर विरोध दे विच ने, वो आप धड़ेबाजी विच ने, उन्होंने आपदे धड़े बनाए हुए। जदों उन्हां कोल जीव जांदे वो फिर दूसरे दी निंदिया शुरू कर दित्ती, दूसरे नाल वैर विरोध की गल जदों सुणाउंदे, वो जिहड़ी अग साडे अंदर हुंदी वो फिर दुविधा की जिहड़ी गल वो तेल का काम करदी, वो बलदी दे विच होर तेल पाउंदी। महाराज कहंदे चले नाम विसार पावन ततिया बलदी अंदर तेल, दुविधा घतिया बई अग तो पहले ही बलदी पई सी, उन्होंने दुविधा की गल सुना के होर निंदिया सुना के वैर विरोध की गल सुना के वो होर तेल पाता। वो जदों होर तेल पै गया तो वो जीव होर दुविधा चला जाता, होर धड़ा बना लेंदा।
ਵੀ ਸਾਡਾ ਆਹ ਧੜਾ ਜੀ, ਉਹ ਦੂਸਰੇ ਦੀ ਨਿੰਦਿਆ ਕਰਨੀ ਸ਼ੁਰੂ ਕਰ ਦਿੰਦੇ। ਉਹ ਕੀ ਹੋਇਆ ਵੀ ਉਹ ਹੋਰ ਵੈਰ ਵਿਰੋਧ 'ਚ ਚਲਾ ਗਿਆ, ਈਰਖਾ ਨਫ਼ਰਤ ਦੇ ਵਿੱਚ ਚਲਾ ਗਿਆ, ਉਹ ਹੋਰ ਕੱਟੜਪੁਣੇ ਵਿੱਚ ਚਲਾ ਗਿਆ। ਕਿਉਂਕਿ ਗੁਰਬਾਣੀ ਗੁਰੂ ਤਾਂ ਸਾਨੂੰ ਇਹ ਨਹੀਂ ਸਿਖਾਉਂਦੇ ਵੀ ਤੁਸੀਂ ਵੈਰ ਵਿਰੋਧ ਕਰੋ, ਤੁਸੀਂ ਈਰਖਾ ਨਫ਼ਰਤ ਕਰੋ, ਤੁਸੀਂ ਧੜਿਆਂ 'ਚ ਵੰਡੀ ਜਾਓ। ਇਹ ਤਾਂ ਸਾਨੂੰ ਭੇਤ ਦਿੰਦੇ ਵੀ ਧੜਿਆਂ ਦੇ ਵਿੱਚ ਸਾਨੂੰ ਵੰਡਣ ਵਾਲੇ ਕੌਣ ਨੇ, ਇਹ ਦੁਵਿਧਾ ਸਾਡੇ ਅੰਦਰ ਕੌਣ ਪੈਦਾ ਕਰਦਾ ਕਿ ਉਹ ਅਸੀਂ ਧੜਿਆਂ ਦੇ ਵਿੱਚ ਕਿਉਂ ਅਸੀਂ ਪਾਰਟੀਆਂ ਦੇ ਵਿੱਚ ਵੰਡੇ ਜਾਂਦੇ, ਕੌਣ ਵੰਡਦਾ। ਫਿਰ ਆਪਾਂ ਨੂੰ ਜਿਹੜੇ ਹਰੀ ਦੇ ਸੰਤ ਉਹਨਾਂ ਨੇ ਇਹ ਸਮਝਾਉਣ, ਕਾਲ ਦੇ ਸੰਤ ਨੇ ਤਾਂ ਦੁਵਿਧਾ ਪਾ ਦਿੱਤੀ, ਉਹਨੇ ਤਾਂ ਦੁਵਿਧਾ ਫੈਲਾ ਦਿੱਤੀ, ਉਹਨੇ ਧੜੇ ਹੀ ਬਣਾ ਦਿੱਤੇ ਤੇ ਜੀਵਾਂ ਨੂੰ ਵੰਡ ਦਿੱਤਾ ਧੜਿਆਂ ਦੇ ਵਿੱਚ। ਹੁਣ ਜਿਹੜੇ ਹਰੀ ਦੇ ਸੰਤ ਉਹਨਾਂ ਨੇ ਦੱਸਣਾ ਵੀ ਧੜਿਆਂ 'ਚ ਵੰਡਣ ਵਾਲਾ ਕੌਣ ਹੈ, ਕਿਉਂਕਿ ਪਤਾ ਉਹਨੂੰ ਵੀ ਨਹੀਂ ਕਾਲ ਦੇ ਸੰਤ ਨੂੰ ਵੀ ਧੜਿਆਂ 'ਚ ਕੌਣ ਵੰਡਦਾ, ਕਿਉਂਕਿ ਉਹ ਆਪ ਦੁਵਿਧਾ ਦੇ ਵਿੱਚ। ਤੇ ਉਹ ਫਿਰ ਆਪਾਂ ਨੂੰ ਗੁਰਮੁਖ ਦੱਸਦੇ ਵੀ ਇਹ ਧੜਿਆਂ 'ਚ ਸਾਨੂੰ ਵੰਡਣ ਵਾਲੇ ਇਹ 5 ਦੂਤ ਨੇ, ਕਾਮ, ਕ੍ਰੋਧ, ਲੋਭ, ਮੋਹ, ਹੰਕਾਰ, ਜਿਹੜੇ ਸਾਨੂੰ ਇੱਕ ਪਰਿਵਾਰ ਤੋਂ ਲੈ ਕੇ ਸਾਰੇ ਸਮਾਜ ਦੇ ਵਿੱਚ ਇਹ ਧੜੇ ਬਣਾ ਦਿੰਦੇ, ਸਭ ਨੂੰ ਇਹ ਧੜਿਆਂ ਦੇ ਵਿੱਚ ਵੰਡ ਦਿੰਦੇ। ਮਾਰੇ ਫਰਮਾਉਂਦੇ ਕਲ ਯੁਗ ਮੇ ਧੜੇ, ਅੰਜ ਚੋਰ ਝਗੜਾਏ, ਕਾਮ, ਕ੍ਰੋਧ, ਲੋਭ, ਮੋਹ, ਅਭਿਮਾਨ ਵਧਾਏ। ਬਈ ਇਹ 5 ਨੇ ਜਿਹੜੇ ਸਾਨੂੰ ਸਭ ਨੂੰ ਧੜਿਆਂ ਦੇ ਵਿੱਚ ਵੰਡਦੇ, ਪਾਰਟੀਆਂ ਬਣਾ ਦਿੰਦੇ। ਜਦੋਂ ਪਾਰਟੀ ਬਣ ਗਈ, ਇੱਕ ਪਾਰਟੀ ਦੂਜੇ ਦੀ ਨਿੰਦੇ, ਦੂਜੇ ਨਾਲ ਵੈਰ ਵਿਰੋਧ, ਈਰਖਾ ਨਫ਼ਰਤ। ਉਹ ਕੀ ਆ ਵੀ ਇਹਨਾਂ ਨੇ ਇੱਕ ਪਰਿਵਾਰ ਤੋਂ ਲੈ ਕੇ ਸਾਰੇ ਸਮਾਜ ਨੂੰ ਮਹਾਰਾਜ ਕਹਿੰਦੇ ਇੱਦਾਂ ਧੜਿਆਂ ਦੇ ਵਿੱਚ ਵੰਡਿਆ ਹੋਇਆ। ਤੇ ਵੰਡਣ ਵਾਲੇ ਕੌਣ ਨੇ? ਕਹਿੰਦੇ 5 ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਔਰ ਆਪਾਂ ਨੂੰ ਫਿਰ ਜਿਹੜੇ ਹਰੀ ਦੇ ਸੰਤ ਉਹਨਾਂ ਨੇ ਇਹ ਭੇਦ ਦੇਣਾ, ਇਹ ਸਮਝਾਉਣਾ ਵੀ ਤੁਸੀਂ ਧੜਿਆਂ 'ਚ ਨਾ ਵੰਡੇ ਜਾਓ, ਤੁਸੀਂ ਦੁਵਿਧਾ ਦੇ ਵਿੱਚ ਨਾ ਪਾਓ। ਜੇ ਤੁਹਾਡੇ ਅੰਦਰ ਦੁਵਿਧਾ ਹੈਗੀ, ਜੇ ਇਹਨਾਂ ਨੇ ਤੁਹਾਨੂੰ ਵੰਡ ਦਿੱਤਾ ਹੀ ਹੈ, ਤੁਸੀਂ ਇਹ ਦੁਵਿਧਾ ਨੂੰ ਖਤਮ ਕਰ ਸਕਦੇ। ਤੁਸੀਂ ਇਕੱਠੇ ਬੈਠ ਕੇ ਸਿਮਰਨ ਕਰੋ। ਜਦੋਂ ਸਿਮਰਨ ਕਰਾਂਗੇ ਇਹ ਜਿਹੜੀ ਇਹ ਦੁਵਿਧਾ ਪਈ ਹੈ, ਦੁਵਿਧਾ ਖਤਮ ਹੋ ਜਾਏਗੀ। ਮਹਾਰਾਜ ਕਹਿੰਦੇ ਹੋਏ ਇਕੱਤਰ ਮਿਲੋ ਮੇਰੇ ਭਾਈ, ਦੁਵਿਧਾ ਦੂਰ ਕਰੋ ਲਿਵ ਲਾਈ, ਹਰ ਨਾਮੇ ਕੀ ਹੋਵੋ ਜੋੜੀ, ਗੁਰਮੁਖ ਬੈਸੋ ਸਫਾ ਵਿਛਾਈ। ਬਈ ਜੇ ਦੁਵਿਧਾ ਪਈ ਹੈ ਤੇ ਇਕੱਠੇ ਹੋ ਕੇ ਬੈਠੋ ਤੇ ਸਿਮਰਨ ਕਰੋ। ਪਰ ਇਹਨਾਂ ਨੇ ਸਾਨੂੰ ਇਕੱਠੇ ਹੋਣ ਨਹੀਂ ਦੇਣਾ। ਜਿਹੜੇ ਆ ਨਾੜੀ ਸੰਤ ਕਾਲ ਦੇ, ਉਹਨਾਂ ਦੀ ਡਿਊਟੀ ਕਾਲ ਨੇ ਲਾਈ ਵੀ ਇਕੱਠੇ ਨਾ ਹੋ ਜਾਣ, ਵੀ ਇਕੱਠੇ ਹੋ ਕੇ ਨਾ ਬੈਠਣ, ਤੁਸੀਂ ਦੁਵਿਧਾ ਫੈਲਾਈ ਜਾ। ਤੁਸੀਂ ਕੋਈ ਨਾ ਕੋਈ ਇਹੋ ਜਿਹੀ ਗੱਲ ਛੇੜੀ ਰੱਖਣੀ ਦੁਵਿਧਾ ਵਾਲੀ, ਕੁਛ ਨਾ ਕੁਛ, ਕਿਸੇ ਨਾ ਕਿਸੇ ਨਾਲ ਵਿਚਾਰਾਂ ਦਾ ਟਕਰਾਅ ਰੱਖਣਾ ਹੀ ਰੱਖਣਾ। ਬਈ ਉਹ ਟਹਿ ਕੇ ਨਹੀਂ ਬੈਠ ਸਕਦੇ, ਉਹਨਾਂ ਨੇ ਕੋਈ ਨਾ ਕੋਈ ਕਿਸੇ ਨਾ ਕਿਸੇ ਦੇ ਨਾਲ ਦੁਵਿਧਾ ਦੀ ਗੱਲ ਕਰੀ ਜਾ। ਤੇ ਸੰਸਾਰੀ ਜੀਵ ਉਹਨਾਂ ਨੂੰ ਦੇਖੀ ਜਾਂਦੇ। ਜੇ ਹੁਣ ਜਿਨ੍ਹਾਂ ਨੂੰ ਸੰਸਾਰੀ ਜੀਵ ਸੰਤ ਕਹਿੰਦੇ ਨੇ, ਜੇ ਹੁਣ ਉਹ ਸੰਤ ਹੀ ਦੁਵਿਧਾ ਦੇ ਵਿੱਚ, ਉਹੀਓ ਧੜਿਆਂ ਦੇ ਵਿੱਚ ਵੰਡੇ ਹੋਏ ਨੇ, ਉਹੀਓ ਇੱਕ ਦੂਸਰੇ ਦੀ ਨਖੇਦੀ ਕਰਦੇ ਨੇ, ਉਹੀਓ ਵੈਰ ਵਿਰੋਧ ਦੀ ਗੱਲ ਕਰਨਗੇ, ਉਹੀਓ ਈਰਖਾ ਨਫ਼ਰਤ ਦੀ ਗੱਲ ਕਰਨਗੇ, ਤੇ ਆਮ ਜੀਵ ਦੀ ਕੀ ਹਾਲਤ ਹੋਏਗੀ। ਸੋ ਇਸ ਵਾਸਤੇ ਫਿਰ ਗੁਰੂ ਅਰਜਨ ਦੇਵ ਜੀ ਮਹਾਰਾਜ ਸੱਜੇ ਪਾਤਸ਼ਾਹ ਦੱਸਦੇ, ਉਹਨਾਂ ਨੇ ਜਦੋਂ ਦੇਖਿਆ ਬਈ ਜਿਨ੍ਹਾਂ ਨੂੰ ਜੀਵ ਸੰਤ ਕਹਿੰਦੇ, ਸੰਤ ਸਮਝਦੇ ਵੀ ਇਹਨਾਂ ਨੂੰ ਆਪ ਹੀ ਨਹੀਂ ਭੇਦ, ਇਹ ਤਾਂ ਆਪ ਹੀ ਵੈਰ ਵਿਰੋਧ ਦੇ ਵਿੱਚ ਨੇ, ਈਰਖਾ ਨਫ਼ਰਤ ਦੇ ਵਿੱਚ। ਇਹ ਆਮ ਜੀਵਾਂ ਨੂੰ ਕੀ ਸਮਝਾਉਣਗੇ, ਕੀ ਦੱਸਣਗੇ, ਤੇ ਇਹਨਾਂ ਦੇ ਪਿੱਛੇ ਲੱਗ ਕੇ ਜੀਵਾਂ ਦੇ ਮਨਾਂ ਨੂੰ ਕਿੱਥੋਂ ਸ਼ਾਂਤੀ ਆਏਗੀ, ਕਿੱਥੋਂ ਇਹਨਾਂ ਦੇ ਮਨ ਨੂੰ ਸੁੱਖ ਮਿਲੇਗਾ। ਇਸ ਵਾਸਤੇ ਫਿਰ ਆਪਾਂ ਨੂੰ
ਤਾਂ ਕਰਕੇ ਗੁਰਬਾਣੀ ਗੁਰੂ ਵਿੱਚ ਸਾਰਾ ਭੇਦ ਦਿੱਤਾ ਹੋਇਆ ਵੀ ਤਾਂ ਕਿ ਸਾਨੂੰ ਪਤਾ ਲੱਗ ਜੇ ਬਈ ਅਸਲ ਕੀ ਹੈ ਤੇ ਨਕਲ ਕੀ। ਔਰ ਗੁਰਬਾਣੀ ਗੁਰੂ ਜੇ ਸਾਡੇ ਪਾਸ ਗਿਆਨ ਹੋਏਗਾ, ਗਿਆਨ ਕਸਵੱਟੀ, ਜੇ ਅਸੀਂ ਕਸਵੱਟੀ ਲਾ ਕੇ ਦੇਖਾਂਗੇ ਤੇ ਸਾਨੂੰ ਪਤਾ ਲੱਗ ਜੇ ਵੀ ਅਸਲ ਹੈ ਕਿ ਨਕਲ ਹੈ। ਜੇ ਹੁਣ ਸਾਡੇ ਪਾਸ ਗਿਆਨ ਹੀ ਨਹੀਂ, ਸਾਨੂੰ ਆਪ ਨੂੰ ਹੀ ਨਹੀਂ ਭੇਤ, ਫਿਰ ਕੀ ਹੁੰਦਾ, ਕਈ ਵਾਰ ਜਿਹੜੀ ਨਕਲ ਹੈ, ਨਕਲ ਜੀਵ ਜ਼ਿਆਦਾ ਪਸੰਦ ਕਰਦੇ। ਕਈ ਵਾਰੀ ਨਕਲ ਹੈ ਜਿਹੜੀ ਉਹ ਜ਼ਿਆਦਾ ਚਮਕ ਦਮਕ ਵਾਲੀ ਹੁੰਦੀ। ਇਸ ਵਾਸਤੇ ਫਿਰ ਉਹਦੇ ਨਾਲ ਜੀਵ ਜ਼ਿਆਦਾ ਜੁੜ ਜਾਂਦਾ ਨਕਲ ਤੇ ਉਹਦੇ ਨਾਲ ਜੁੜਨਾ ਤਾਂ ਸੌਖਾ ਹੈ। ਪਰ ਜਦੋਂ ਸਾਡਾ ਇਹ ਜੀਵਨ ਬੀਤ ਜਾਂਦਾ ਫਿਰ ਸਾਨੂੰ ਪਤਾ ਲੱਗਦਾ ਵੀ ਅਸੀਂ ਖੱਟਿਆ ਕੀ, ਖੱਟਿਆ ਕੁਛ ਵੀ ਨਹੀਂ। ਅੱਗੇ ਜੇ ਅਸੀਂ ਦੁਵਿਧਾ 'ਚ ਹੀ ਪਏ ਰਹੇ, ਜੇ ਅਸੀਂ ਆਪਦੇ ਘਰ ਹੀ ਨਾ ਗਏ, ਸਾਡਾ ਮਨ ਸਹਿਜ ਵਿੱਚ ਹੀ ਨਾ ਗਿਆ, ਸਹਿਜ ਵਿੱਚ ਜਾ ਕੇ ਅਸੀਂ ਨਾਮ ਦੀ ਪ੍ਰਾਪਤੀ ਨਾ ਕੀਤੀ, ਮਾਲਕ ਦੀ ਪ੍ਰਾਪਤੀ ਨਾ ਕੀਤੀ, ਫਿਰ ਮਹਾਰਾਜ ਕਹਿੰਦੇ ਵੀ ਤੁਸੀਂ ਕੀ ਪੜ੍ਹਦੇ ਰਹੇ, ਕੀ ਤੁਸੀਂ ਸੁਣਦੇ ਰਹੇ ਤੇ ਕੀ ਤੁਸੀਂ ਸੰਗਤ ਕਰਦੇ ਰਹੇ। ਮਹਾਰਾਜ ਕਹਿੰਦੇ ਕਿਆ ਪੜ੍ਹੀਏ ਕਿਆ ਗੁਣੀਏ, ਕਿਆ ਵੇਦ ਪਰੰਨਾ ਸੁਣੀਏ, ਪੜ੍ਹੇ ਸੁਣੇ ਕਿਆ ਹੋਈ, ਜੋ ਸਹਿਜ ਨਾ ਮਿਲੇ ਉਹ ਸੋਈ। ਬਈ ਜੀਵ ਆਖੇ ਵੀ ਮੈਨੂੰ ਸਾਰੀ ਉਮਰ ਹੋ ਗਈ ਜੀ ਸੰਗਤ ਕਰਦੇ ਨੂੰ, ਬਈ ਮੈਂ ਤਾਂ ਬਹੁਤ ਸਮਾਂ ਸੰਗਤ ਕਰਦਾ। ਹੁਣ ਜੇ ਸੰਗਤ ਕਰਕੇ ਉਹਦਾ ਮਨ ਹੀ ਸਹਿਜ ਵਿੱਚ ਨਹੀਂ ਆਇਆ, ਉਹਨੂੰ ਭੇਤ ਹੀ ਨਹੀਂ ਆਇਆ ਸੱਚ ਦਾ, ਨਾਮ ਦਾ, ਆਪਣੇ ਘਰ ਦਾ, ਤੇ ਫਿਰ ਉਹਨੇ ਕੀ ਸੰਗਤ ਕੀਤੀ। ਜੇ ਉਹਦੇ ਅੰਦਰੋਂ ਵੈਰ ਵਿਰੋਧ ਹੀ ਨਹੀਂ ਖਤਮ ਹੋਇਆ, ਈਰਖਾ ਨਫ਼ਰਤ ਹੀ ਨਹੀਂ ਗਈ, ਤੇ ਫਿਰ ਉਹਨੇ ਕੀ ਸੰਗਤ ਕੀਤੀ। ਅੱਗੇ ਸੰਗਤ ਕਰਨ ਦਾ ਤਾਂ ਮਕਸਦ ਹੀ ਇਹ ਹੁੰਦਾ ਹੈ ਵੀ ਸਾਡਾ ਮਨ ਨਿਰਮਲ ਹੋਵੇ, ਸਾਡਾ ਮਨ ਧੋਤਾ ਜਾਵੇ। ਜੇ ਸਾਡੇ ਅੰਦਰੋਂ ਦੁਵਿਧਾ ਹੀ ਨਹੀਂ ਗਈ, ਵੈਰ ਵਿਰੋਧ ਹੀ ਨਹੀਂ ਗਿਆ, ਉਹ ਮਨ ਤਾਂ ਸਾਡਾ ਮੈਲਾ ਹੀ ਹੈ। ਇਹ ਜੋ ਮਾਰੇ ਫਿਰ ਕਹਿੰਦੇ ਜੇ ਮਨ ਮੈਲਾ ਹੈ ਤਾਂ ਸਭ ਕੁਝ ਹੀ ਮੈਲਾ, ਮਨ ਮੈਲੇ ਤਾਂ ਸਭ ਕੁਛ ਮੈਲਾ, ਫਿਰ ਤਾਂ ਸਭ ਕੁਝ ਹੀ ਮੈਲਾ ਹੈ, ਕਿਉਂਕਿ ਮਨ ਨੂੰ ਹੀ ਤਾਂ ਧੋਣਾ ਸੀ, ਮਨ ਨੂੰ ਤਾਂ ਸ਼ੁੱਧ ਕਰਨਾ ਸੀ। ਹੁਣ ਮਨ ਜੀਵ ਦਾ ਕਿਉਂ ਨਹੀਂ ਸ਼ੁੱਧ ਹੁੰਦਾ? ਜੇ ਅਸੀਂ ਨਾੜੀ ਸੰਤਾਂ ਦਾ ਸੰਗ ਕਰਾਂਗੇ ਤਾਂ ਮਨ ਸ਼ੁੱਧ ਨਹੀਂ ਹੋ। ਉਹਨਾਂ ਨੇ ਸਾਨੂੰ ਗੱਲ ਹੀ ਦੁਵਿਧਾ ਦੀ ਸੁਣਾਉਣੀ, ਵੈਰ ਵਿਰੋਧ ਦੀ ਸੁਣਾਉਣੀ, ਅਤੇ ਉਹ ਗੱਲ ਸੁਣ ਕੇ ਸਾਡਾ ਮਨ ਕਿੱਥੋਂ ਸ਼ੁੱਧ ਹੋ ਜਾਵੇ? ਉਹ ਤਾਂ ਸਾਡੇ ਮਨ ਨੇ ਹੋਰ ਮੈਲਾ ਹੋ ਜਾਣਾ। ਫਿਰ ਮਹਾਰਾਜ ਕਹਿੰਦੇ ਬਈ ਜੇ ਅੱਗੇ ਤੀਰਥ ਹੋਵੇ ਤਾਂ ਫਿਰ ਮੈਲ ਰਹਿੰਦੀ ਹੈ, ਜੇ ਅੱਗੇ ਛੱਪੜੇ ਤੇ ਮੈਲ ਹੋਰ ਉੱਤੇ ਦੁੱਗਣੀ ਚੜ੍ਹ ਜਾਂਦੀ। ਇਸ ਲਈ ਮਹਾਰਾਜ ਕਹਿੰਦੇ ਜੇ ਅੱਗੇ ਤੀਰਥ ਹੋਏ ਤਾਂ ਮਲ ਲਹੇ, ਛੱਪੜ ਨਾਤੇ ਸਕਦੀ ਮਲ ਲਾਏ। ਬਈ ਜਿਹਦਾ ਅੱਗੇ ਤੀਰਥ ਹੈ, ਜਿਹਦਾ ਅੱਗੇ ਸੱਚ ਤੇ ਨਾਮ ਦੀ ਮਹਿਮਾ ਹੋ ਰਹੀ ਹੈ, ਜਿਹਦਾ ਮਾਲਕ ਨੂੰ ਮਿਲਾਪ ਦੀ ਗੱਲ ਚੱਲ ਰਹੀ, ਫਿਰ ਤਾਂ ਤੀਰਥ ਹੈ, ਫਿਰ ਤਾਂ ਸ਼ੁੱਧ ਹੋ ਜਾਏਗਾ ਮਨ। ਜੇ ਹੁਣ ਗੱਲ ਹੀ ਦੁਵਿਧਾ ਦੀ ਸੁਣੀ ਗਈ ਅਸੀਂ, ਤੇ ਫਿਰ ਤਾਂ ਮਹਾਰਾਜ ਕਹਿੰਦੇ ਹੋਰ ਮੈਲ ਚੜ੍ਹਨੀ ਚੜ੍ਹਨੀ, ਮਨ ਨੇ ਸ਼ੁੱਧ ਥੋੜ੍ਹੀ ਹੋਣਾ, ਉਹਦਾ ਹੋਰ ਡਬਲ ਉੱਤੇ ਦੁੱਗਣੀ ਮੈਲ ਲੱਗ ਗਈ। ਇਸ ਵਾਸਤੇ ਫਿਰ ਜਦੋਂ ਜੀਵ ਦੁਵਿਧਾ ਦੀ ਗੱਲ ਸੁਣਦਾ, ਸੰਸਾਰ ਦੀ ਗੱਲ ਸੁਣਦਾ, ਉਹਦਾ ਮਨ ਜਿਹੜਾ ਉਹ ਧੋਤਾ ਨਹੀਂ ਜਾਂਦਾ। ਨਾ ਮਨ ਧੋਤਾ ਜਾਣ ਕਰਕੇ ਤਾਂਹੀਓ ਜੀਵ ਦੇ ਅੰਦਰੋਂ ਵੈਰ ਵਿਰੋਧ ਜਾਂਦਾ ਨਹੀਂ, ਤਾਂਹੀਓ ਈਰਖਾ ਨਹੀਂ ਜਾਂਦੀ, ਤਾਂਹੀਓ ਨਫ਼ਰਤ ਨਹੀਂ ਜਾਂਦੀ, ਤਾਂਹੀਓ ਹਉਮੈ ਹੰਕਾਰ ਨਹੀਂ ਜਾਂਦੀ। ਇਸ ਵਾਸਤੇ ਫਿਰ ਮਹਾਰਾਜ ਸਾਨੂੰ ਕਹਿੰਦੇ ਬਈ ਤਾਂ ਸਾਨੂੰ ਲਾਹਾ ਜੇ ਸਾਡਾ ਮਨ ਸਹਿਜ ਵਿੱਚ ਆਵੇ, ਸਹਿਜ ਵਿੱਚ ਫੇਰ ਆਉਣਾ। ਜੇ ਅੱਗੇ ਤੀਰਥ ਹੋਵੇ, ਜੇ ਸਤ ਸੰਗਤ ਮਿਲੇ ਤੇ ਸਾਡੇ ਮਨ ਤੋਂ ਮੈਲ ਉਤਰ ਜਾਂਦੀ। ਜਦੋਂ ਆਪਾਂ ਗੁਰਬਾਣੀ ਗੁਰੂ ਦੀ ਵਿਚਾਰ ਕਰਦੇ, ਜੋ ਗੁਰਬਾਣੀ ਗੁਰੂ ਸਾਨੂੰ ਦੱਸਦੇ ਨੇ, ਜੋ ਸਾਨੂੰ ਉਪਦੇਸ਼ ਕਰਦੇ, ਜਦੋਂ ਅਸੀਂ ਉਹੀਓ ਵਿਚਾਰ ਕਰਦੇ ਜੋ ਗੁਰਬਾਣੀ ਗੁਰੂ ਕਹਿ ਰਹੇ, ਆਪਦੀ ਮੱਤ ਨਹੀਂ ਵਰਤਦੇ, ਆਪਦੀ ਮੱਤ ਦੁਆਰਾ ਨਹੀਂ ਕਰਦੇ,
फिर साडे मन की मैल लेती। आ महाराज कहते मन तन धोवे शब्द विचारी, बई जदों शब्द की विचार होएगी तो साडा मन तो मन का तन धोता जाएगा। फिर जदों साडा मन धोता जाता फिर सहज विच आउंदा, फिर अपने घर जांदा। सो ये मन धोने का तरीका फिर शब्द की विचार ते नाल ही आप सिमरन करते हैं। जदों असी गुरु की मत द्वारा ही सिमरन करांगे, जो आपां सतगुरु सास गिरास सिमरन दस बई वो गौर सिख गुरु के मन नूं भाउंदा जो सास गिरास सिमरन करदा। महाराज फरमाउंदे जो सास गिरास ध्याए मेरा हर हर, सो गुर सिख गुरु मन भावे। भी फिर असी गुरु के मन नूं भावांगे जदों असी ये सिमरन करांगे। सो ये जदों आप सिमरन करते ये नाल साडा मन धोता जाता, जो साडा मन सुता हुंदा सुता होया मन जाग पैंदा। इसलिए महाराज कहते कर इशनान सिमर प्रभ अपन, मन तन भाई रोगा। भी साडा मन भी तो मन का तन भी रोग रहित हो जाना, इन्हें धोता जाना, शुद्ध हो जाना। हुण किवें असीं मन नूं धोना, जो आपां नूं गुरबाणी गुरु दसदे सतगुरु सिमरन अभ्यास भी ताकि ये साडे मन का इशनान हो जाए, साडा मन धोता जाए। आओ सारे गुरमुख प्यारे करो जी शुरू। वाहे गुरु 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 वाहे गुरु
वाहिगुरु जी का खालसा वाहिगुरु जी की फतेह। इस तरीके द्वारा गुरमुखो जदों आप ये अभ्यास करते जो जो आप इस सिमरन करते जावांगे मारे कहते भी साडे किसी भी कारज दे विच कोई विघन नहीं पैंदा। रब सिमरत किश विघन न लागे। बई जो साडा असल कारज मालक नूं मिलापदा जदों असीं ये सिमरन करांगे इहदे विच कोई विघन नहीं पैंदा, रुकावट नहीं पैंदी। रुकावटां उन्हां नूं विघन उन्हां नूं जिहड़े सिमरन नहीं करते, जिन्हां नूं नाम भुले उन्हां नूं मारे कहंदे करोड़ां विघन पैंदे। सतगुरु फरमाउंदे कोट विघन तिस लागते जिसनूं विसरे नाओ। भी जिन्हां नूं नाम विसरे उन्हां नूं करोड़ां विघन करोड़ां रुकावटां। जदों असीं सिमरन करांगे कोई रुकावट नहीं, कोई विघन नहीं। सो इस वास्ते जिन्हां ने गुरु की मत द्वारा मेरे अभ्यास किया सिमरन किया उन्हां दे संसार के कारज भी सहज सुभा हुंदे गए, कोई रुकावट नहीं पई। जदों अपने घर जाते उत्थे भी उन्हां नूं माण है, दरगाह दे विच उत्थे भी थां है। मारे फरमाउंदे जिन जिन नाम ते आया तिन के काज सरे हर गुरपुरा राधिया दरगे सच खरे। बई वो गुरमुखां नूं इधर भी सुख सतगुरु दोने ही सवार देंदे अपना सिख दे हालत भी ये लोक भी परलोक भी। सतगुर सिख का हालत पलत सवारी सतगुर सिख को जी नाल सवारे। भी ये सतगुरां दी वडियाई है, मालक की महिमा। जदों आप उसका सिमरन करांगे वो साडे दोवें सवार ये हालत लोक भी ते परलोक भी। इस वास्ते फिर आपां नूं सतगुरु इन्ना कह रहे भी तुसीं अपने घर आवो, तुसीं सहज विच आवो, तुहाडे सारे कारज मैं आप कर दांगा। ते आपां हुण भरोसा करके, क्योंकि सारा खेल भरोसे दा, जे असी भरोसा करके प्रतीत करके मालक ते बैठ जाने अपने घर दे विच फिर आप देखांगे भी सतगुरु किवें कारज करदे। इहो मारे कहंदे थैर घर बैसो हर जन प्यारी सतगुर तुमरे काज सवारे। दुष्ट दूत परमेश्वर मारे जन की पैज रखी करतारे। भी उन्हें साडी पैज भी रख लैनी ते उन्हें साडे कारज भी सवारते। सो इसे वास्ते जी फिर जदों साडा मन आ जांदा घर बैठ जांदा फिर उदों ही बेनतियां करदा मालक नूं भी तुसीं दयालु हो कृपालु हो, हुण तुसीं आपे ही बख्शिश करो। भी असीं सदा ही तेरे चरनां दे नाल तेरे नाम दे नाल जुड़े रहीए। कर किरपा किरपाल आपे बख्श लै सदा सदा जपी तेरा नाम सतगुर पाई पे। भी ऐसी बख्शिश करो साडे ते भी असी सदा ही तेरा नाम जपते रहिए, तेरे नाल जुड़े रहिए। तो इस वास्ते हुण गुरमुखो ही आप वध तो वध सिमरन करना है, गुरबाणी गुरु नूं पढ़ना विचारना ते वध तो वध आप सत्संगत करना। ये जो सारा ज्ञान गुरबाणी गुरु द्वारा आपां नूं दिता महापुरखां ने भाई साहब भाई सेवा सिंह जी धर्माला जो गुरमुखां ने आपां नूं समझाया उसे ज्ञान नूं ही आपां दृढ़ करते हैं, अपने हिरदे च वसाउने भी ताकि आप आपदे जीवन का लाहा खट सकीए ते लाहा खट के तो आपदे घर वापस जाए। सो इन्नियां बेनतियां इन्ने विचार करदियां होइयां जे कोई ऐसा शब्द बोलिया गया होवे संगत ਅਤੇ सतगुरु बख्शण जोग ने बख्श लेना जी। वाहिगुरु जी का खालसा वाहिगुरु जी की फतेह। वाहे
ਗੁਰੂ